ਤੁਸੀਂ ਜਾ ਕਰਕੇ ਸਾਰੀ ਰੀਤ ਵਿਚਾਰੋ। ਤੇ ਦਾਸਾਂ ਨੇ ਤਾਂ ਸਾਰੀ ਰੀਤ ਜਿਹੜੀ ਉਹ ਵਿਗਾੜ ਦਿੱਤੀ ਹੈ। ਕਹਿਓ ਪ੍ਰੀਤ ਸੁਕਰਤ ਦੁਲਾਰਾ, ਸੁਣ ਸ਼੍ਰੀ ਨਾਨਕ ਪੈ ਅਨੁਸਾਰਾ। ਸਤਿਗੁਰਾਂ ਦੇ ਚਿਹਰੇ ਤੇ ਹੱਥ ਫੇਰਦਿਆਂ ਫੇਰਦਿਆਂ ਪਲੋਸਦਿਆਂ ਦੁਲਾਰ ਕਰਨ ਦੀ ਰੀਤ ਨਾਲ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਬਾਬਾ ਕਾਲੂ ਜੀ ਨੇ ਸਾਰੇ ਬਚਨ ਸਮਝਾਏ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸੁਣੀ ਗਏ ਹਨ। ਕਹਿਤ ਪਿਤਾ ਜੀ ਭੋਰ ਸਦਾਓ, ਤੁਮ ਰਜਾਏ ਤੇ ਚਾਰ ਲਿਆਓ। ਬਹੁਤ ਸਾਰੇ ਬਚਨਾਂ ਦਾ ਇੱਕੋ ਜਵਾਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦਿੱਤਾ ਕਿ ਹੇ ਪਿਤਾ ਜੀ, ਚੰਗਾ ਜੇ ਤੁਸੀਂ ਕਹਿੰਦੇ ਹੋ ਨਾ ਤਾਂ ਫਿਰ ਮੈਂ ਸਵੇਰ ਹੁੰਦਿਆਂ ਹੀ ਗਊਆਂ ਲੈ ਕਰਕੇ ਚਲਿਆ ਜਾਵਾਂਗਾ, ਫਿਰ ਗਊਆਂ ਆਪ ਚਰਾ ਕਰਕੇ ਲਿਆਵਾਂਗਾ। ਅਸ ਕਹਿ ਰਹਿਣ ਬਿਖੈ ਪਰ ਸੋਏ, ਜਿਨ ਦਾਸਨ ਕੇ ਬੰਦ ਵਿਗੋਏ। ਜਦ ਗੁਰੂ ਨਾਨਕ ਦੇਵ ਸਾਹਿਬ ਜੀ ਔਰ ਬਾਬਾ ਕਾਲੂ ਜੀ ਦਾ ਵਾਰਤਾਲਾਪ ਹੋ ਰਿਹਾ ਸੀ, ਉਸ਼ਾ ਦਾ ਸਮਾਂ ਹੋਇਆ ਸੀ, ਬਾਲ ਖੇਡਣ ਵਾਸਤੇ ਆਏ ਪਰ ਬਾਬਾ ਨਾਨਕ ਦੇਵ ਸਾਹਿਬ ਜੀ ਗਏ ਨਾ। ਮੈਂ ਤਾਂ ਬਾਬਾ ਕਾਲੂ ਜੀ ਨੇ ਬਥੇਰਾ ਕਿਹਾ, ਮਾਤਾ ਤ੍ਰਿਪਤਾ ਨੇ ਵੀ ਕਿਹਾ ਕਿ ਜਾ ਬੇਟਾ ਖੇਡ या मन परच ਆਵੇਗਾ, ਮਨ ਬਦਲ ਜਾਵੇਗਾ। ਗੁਰੂ ਮਹਾਰਾਜ ਸਾਹਿਬ ਜੀ ਪਲੰਗੇ ਦੇ ਉੱਪਰ ਬਸ ਮੰਜੇ ਦੇ ਉੱਪਰ ਇੱਕ ਸਮਾਨ ਵਿਰਾਜਮਾਨ ਰਹੇ। ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ ਰਾਤਰੀ ਪੈ ਗਈ ਹੈ, ਭੋਜਨ ਪਾਣੀ ਛਕਿਆ ਹੈ। ਗੁਰੂ ਬਾਬਾ ਜੀ ਆਪਣੇ ਪਲੰਗੇ ਉੱਪਰ ਵਿਰਾਜਮਾਨ ਹੋ ਗਏ ਹਨ। ਸ਼੍ਰੀ ਨਾਨਕ ਕਰਨੋ ਦੇ ਜਾਗੇ, ਗੋਮਿਖੇ ਚਾਰਨ ਅਨੁਰਾਗੇ। ਹੁਣ ਸਤਿਗੁਰਾਂ ਨੇ ਆਪਣੀ ਰੀਤ ਬਦਲੀ ਹੋਈ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅਰਣੋਦੈ ਹੋਇਆਂ ਤੇ ਜਾਗੇ। ਅਰਣੋਦੈ ਦਾ ਭਾਵ ਹੈ ਕਿ ਜਦ ਸੂਰਜ ਨਿਕਲਣ ਤੋਂ ਪਹਿਲਾਂ ਬੱਦਲ ਲਾਲ ਲਾਲ ਹੁੰਦੇ ਹਨ, ਲਾਲ ਕਲਰ ਦਾ ਰੰਗ ਦਾ ਹੁੰਦਾ ਹੈ, ਉਦੋਂ ਕੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉੱਠੇ ਹਨ ਔਰ ਉੱਠ ਕਰਕੇ ਸਤਿਗੁਰਾਂ ਨੇ ਸਾਰੀ ਕਿਰਿਆ ਕੀਤੀ ਹੈ ਔਰ ਆਪਣੇ ਪਿਤਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਾਬਾ ਕਾਲੂ ਜੀ ਦਾ ਬਚਨ ਚੇਤੇ ਕੀਤਾ ਕੱਲ ਵਾਲਾ ਕਿ ਅੱਜ ਗਊਆਂ ਚਾਰਨ ਵਾਸਤੇ ਜਾਣਾ ਹੈ। ਨਿਜ ਹਾਥਨ ਦਾਮਨ ਤੇ ਖੋਲੇ, ਹਾਕਤ ਚਲੇ ਇਕਤ ਕਰ ਟੋਲੇ। ਸਾਰਾ ਬਚਨ ਵਿਚਾਰ ਕਰਕੇ ਸੋਚ ਕਿਰਿਆ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮੱਝਾਂ ਵਾਲੇ ਅੰਦਰ ਜਾ ਕਰਕੇ ਵੇਲਗੜ ਜਾ ਕਰਕੇ ਆਪਣੇ ਹੱਥਾਂ ਦੇ ਨਾਲ ਦਾਮਨ ਖੋਲੇ। ਆਪਣੇ ਹੱਥਾਂ ਦੇ ਨਾਲ ਸਾਰੇ ਮੱਝਾਂ ਦੀਆਂ ਰੱਸੀਆਂ ਜੜੀਆਂ ਉਹ ਖੋਲਣਾ ਕੀਤੀਆਂ ਔਰ ਆਪ ਗੁਰੂ ਨਾਨਕ ਦੇਵ ਸਾਹਿਬ ਜੀ ਮੱਝਾਂ ਜਿਹੜੀਆਂ ਬੂਹੇ ਤੋਂ ਬਾਹਰ ਨੂੰ ਹਿੱਕਣ ਲੱਗ ਪਏ ਹਨ। ਲੈ ਲਛ ਟਕਾ ਦੇਤ ਹੰਗੂਰਾ, ਚਾਰਤ ਹੀਰਤ ਤਿਰਨ ਸੁਖ ਪੂਰਾ। ਅੱਜ ਮੇਰੇ ਪਾਤਸ਼ਾਹ ਜੀ ਨੇ ਲਾਠੀ ਫੜ ਲਈ ਹੈ ਔਰ ਘਰੋਂ ਬਾਹਰ ਸਾਰੀਆਂ ਮੱਝਾਂ ਜਿਹੜੀਆਂ ਗਾਵਾਂ ਉਹ ਕੱਢ ਲਈਆਂ। ਜਦ ਗੁਰੂ ਨਾਨਕ ਦੇਵ ਸਾਹਿਬ ਜੀ ਘਰੋਂ ਬਾਹਰ ਨਿਕਲੇ ਤਾਂ ਅੱਜ ਸਾਰੇ ਜਿਹੜੇ ਸਨ ਨਰ ਨਾਰੀਆਂ, ਸਵੇਰ ਦਾ ਵੇਲਾ ਸੀ, ਇਸਤਰੀਆਂ ਜਿਹੜੀਆਂ ਉਹ ਘੜੇ ਚੁੱਕ ਕਰਕੇ ਪਾਣੀ ਲੈਣ ਜਾ ਰਹੀਆਂ ਸਨ। ਕੋਈ ਤਾਂ ਆਪਣੇ ਵਿਹੜੇ ਵਿੱਚ ਝਾੜੂ ਲਗਾ ਰਹੀ ਸੀ, ਕੋਈ ਗੁਰਮੁਖ ਪਿਆਰਾ ਪਿੰਡ ਦਾ ਨਗਰ ਨਿਵਾਸੀ ਮਨੁੱਖ ਉਹ ਆਪਣਾ ਮੱਝਾਂ ਮਾਲ ਲੈ ਕਰਕੇ ਬਾਹਰ ਨੂੰ ਨਿਕਲ ਰਿਹਾ ਸੀ, ਕੋਈ ਹਲ ਲੈ ਕਰਕੇ ਨਿਕਲ ਰਿਹਾ ਸੀ, ਕੋਈ ਕਿਸੇ ਕੰਮ ਤੇ ਕੋਈ ਕਿਸੇ ਕੰਮ। ਬੜਾ ਸੁਹਾਵਣਾ ਅੱਜ ਦਿਨ ਸੀ ਜਦ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਬੂਹੇ ਤੋਂ ਬਾਹਰ ਨਿਕਲਦਿਆਂ ਦੇਖਿਆ ਤਾਂ ਅੱਜ ਸਾਰਿਆਂ ਦੇ ਮਨ ਵਿੱਚ ਬੜੀ ਖੁਸ਼ੀ ਕਿ ਲਓ ਜੀ ਨਾਨਕ ਜੀ ਫੇਰ ਚੰਗੇ ਭਲੇ ਲੱਗਦਾ ਹੋ ਗਏ। ਕੁਝ ਸੋਝੀ ਆ ਗਈ ਹੈ ਕਿ ਅੱਜ ਗਾਵਾਂ ਲੈ ਕਰਕੇ ਮੱਝੀਆਂ ਲੈ ਕਰਕੇ ਚਾਰਨ ਵਾਸਤੇ ਚੱਲ ਪਏ। ਸਾਰਿਆਂ ਦੇਖਿਆ, ਸਾਰਿਆਂ ਸਲਾਹੁਤਾ ਕੀਤੀ। ਗੁਰੂ ਨਾਨਕ ਦੇਵ ਸਾਹਿਬ ਜੀ ਬਸ ਮੱਝਾਂ ਨੂੰ ਲੈ ਕਰਕੇ ਹਿੱਕਦੇ ਹੋਏ ਉੱਚੀ ਉੱਚੀ ਹੰਗੋਰਾ ਦਿੰਦੇ ਹੋਏ ਪਿੰਡੋਂ ਬਾਹਰ ਨਿਕਲ ਆਏ। ਜਿੱਥੇ ਰੋਜ਼ ਅਸਥਾਨ ਤੇ ਗਊਆਂ ਚਾਰੀ ਦੀਆਂ ਸਨ, ਮਹਾਰਾਜ ਸਾਹਿਬ ਜੀ ਉਸ ਨਦੀ ਦੀ ਤਰਫ ਆ ਗਏ ਹਨ। ਮਨੋ ਗੋਪਾਲ ਜੋ ਪਾਛਲ ਨਾਮਾ, ਪ੍ਰਗਟ ਕਰਤ ਹੈ ਜਨ ਸੁਖ ਧਾਮਾ। ਮੰਨ ਲਓ ਪਿਛਲਾ ਆਪਣਾ ਨਾਮ ਇਹਨਾਂ ਨੇ ਗਊਆਂ ਚਰਾਉਂਦਿਆਂ ਕ੍ਰਿਸ਼ਨ ਰਖਵਾਇਆ ਸੀ, ਗੋਵਰਧਨ ਗੋਪਾਲ ਰਖਵਾਇਆ ਸੀ। ਅੱਜ ਉਹ ਹੀ ਸਰੂਪ ਗੁਰੂ ਨਾਨਕ ਦੇਵ ਸਾਹਿਬ ਜੀ ਪ੍ਰਗਟ ਕਰ ਰਹੇ ਹਨ। ਮੰਦ ਮੰਦ ਸ਼ੁਭ ਸ਼ੁਭ ਰੇ ਪਾਸ਼ੇ,
ਸਭ ਬਾਸੁਰ ਚਾਰਤ ਤ੍ਰਿਨ ਆਸ਼ੇ। ਬਸ ਸਹਿਜੇ ਸਹਿਜੇ ਹਰ ਥਾਂ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਗਊਆਂ ਮੱਝੀਆਂ ਲੈ ਕਰਕੇ ਮੋੜ ਮੋੜ ਕਰਕੇ ਹਿੱਕ ਹਿੱਕ ਕਰਕੇ ਹੰਗੋਰਾ ਦੇ ਦੇ ਕਰਕੇ ਲੈ ਕਰਕੇ ਜਾਂਦੇ। ਉੱਥੋਂ ਚਰਾਉਣ ਤੋਂ ਬਾਅਦ ਹੋਰ ਹਰਿਆ ਘਾਹ ਦੇਖ ਕਰਕੇ ਉਧਰ ਨੂੰ ਜਾਂਦੇ। ਇਸ ਤਰ੍ਹਾਂ ਸਾਰਾ ਦਿਨ ਬੜੀ ਸ਼ੁਭ ਰੀਤੀ ਨਾਲ ਮਹਾਰਾਜ ਸਾਹਿਬ ਜੀ ਨੇ ਗਊਆਂ ਮੱਝੀਆਂ ਜਿਹੜੀਆਂ ਉਹ ਚਰਾਉਣਾ ਕੀਤੀਆਂ ਹਨ। ਭਈ ਸੰਜਪੁਰ ਦਿਸ ਕੋ ਮੋਰੇ ਆਏ ਅਗਾਏ ਸਵਲੇ ਗੋਰੇ। ਅੱਜ ਸ਼ਾਮ ਹੋ ਗਈ ਹੈ ਤੇ ਸਾਰੀਆਂ ਗਊਆਂ ਮੋੜ ਕਰਕੇ ਮਾਲ ਮੋੜ ਕਰਕੇ ਪਿੰਡ ਵੱਲ ਨੂੰ ਹਿੱਕ ਲਿਆ ਹੈ। ਅੱਜ ਸਾਰੇ ਮਨੁੱਖ ਨਗਰ ਦੇ ਨਿਵਾਸੀ ਨਰ ਨਾਰੀਆਂ ਦੇਖ ਕਰਕੇ ਖੁਸ਼ ਹਨ ਕਿ ਲਓ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਤਾਂ ਅੱਜ ਮੱਝਾਂ ਚਰਾਈਆਂ ਔਰ ਅੱਜ ਖੁਸ਼ ਵੀ ਲੱਗ ਰਹੇ ਨੇ। ਚਿਹਰਾ ਜਿਹੜਾ ਉਹਨਾਂ ਦਾ ਦਗ ਦਗ ਕਰ ਰਿਹਾ, ਮੁਸਕਰਾ ਰਿਹਾ ਹੈ। ਸਾਰੇ ਬੜੀ ਸਿਫਤ ਸਲਾਹਤਾ ਕਰਦੇ, ਨੇੜਿਓਂ ਦੀ ਲੰਘਦੇ ਦੇਖ ਕਰਕੇ ਤੁਰਦੇ ਜਾਂਦੇ। ਅੱਜ ਖੁਸ਼ੀ ਹੈ। ਮਹਾਰਾਜ ਸਾਹਿਬ ਜੀ ਨੇ ਸਾਰਾ ਆਪਣਾ ਮਾਲ ਜਿਹੜਾ ਸੀ ਆਪਣੇ ਘਰ ਵਾਪਸ ਹਿੱਕ ਕਰਕੇ ਲੈ ਆਂਦਾ ਹੈ। ਕਾਲੋ ਹੇਰ ਹਰਖ ਔਰ ਭਾਰੇ ਲਖਿਓ ਕੇ ਲਗਿਓ ਮੋਹ ਸੁਤਕਾਰੇ। ਜਦ ਗੁਰੂ ਨਾਨਕ ਦੇਵ ਸਾਹਿਬ ਜੀ ਆਪਣਾ ਮਾਲ ਲੈ ਕਰਕੇ ਘਰ ਵਾਪਸ ਆਏ, ਉਸ ਵਕਤ ਬਾਬਾ ਕਾਲੂ ਜੀ ਵੀ ਆਪਣੀ ਡਿਊਟੀ ਤੋਂ ਛੁੱਟੀ ਲੈ ਕਰਕੇ ਨੌਕਰੀ ਖਤਮ ਕਰਕੇ ਘਰ ਆਣ ਪਹੁੰਚੇ ਸਨ ਔਰ ਆਪਣੀ ਵਹੀ ਕਲਮ ਕਾਗਜ਼ ਲੇਖੇ ਜੋਕੇ ਦੇ ਰੱਖੇ ਹੀ ਸਨ। ਇਤਨੇ ਚਿਰ ਨੂੰ ਇਤਨੇ ਟਾਈਮ ਨੂੰ ਮੱਝਾਂ ਜਿਹੜੀਆਂ ਸਨ ਗਾਵਾਂ ਜਿਹੜੀਆਂ ਸਨ ਉਹ ਅੰਦਰ ਪ੍ਰਵੇਸ਼ ਹੋ ਆਈਆਂ। ਘਰ ਦੇ ਵਿਹੜੇ ਵਿੱਚ ਜਦ ਆਈਆਂ ਉੱਚੀ ਉੱਚੀ ਹੰਗੋਰਾ ਜਦ ਸੁਣਿਆ ਤੇ ਬੇਟਾ ਨਾਨਕ ਦੇਵ ਸਾਹਿਬ ਜੀ ਨੂੰ ਦੇਖ ਕਰਕੇ ਬੜੇ ਹੀ ਅੱਜ ਪ੍ਰਸੰਨ ਹੋਏ ਹਨ। ਸਣੇ ਸਣੇ ਪਰਚੈ ਸਭ ਕਾਮੋ ਤਜੇ ਉਦਾਸੇ ਹਿਤ ਕਰਤਾ। ਦੌੜ ਕਰਕੇ ਛੇਤੀ ਨਾਲ ਅੱਗੇ ਹੋ ਕਰਕੇ ਗਲ ਵਕੜੀ ਵਿੱਚ ਲੈ ਲਿਆ, ਮਸਤਕ ਚੁੰਮਿਆ ਹੈ ਔਰ ਕਿਹਾ ਕਿ ਬੇਟਾ ਅੱਜ ਬਹੁਤ ਚੰਗਾ ਕੀਤਾ। ਅੱਜ ਤਾਂ ਸਾਰਾ ਮਾਲ ਜਿਹੜਾ ਹੈ ਚੰਗਾ ਤ੍ਰਿਪਤ ਹੋਇਆ ਹੈ, ਰੱਜਿਆ ਪਿਆ ਹੈ। ਗੁਰੂ ਸਵਾਰੇ ਇਸ ਤਰ੍ਹਾਂ ਕਹਿ ਕਰਕੇ ਮਨ ਵਿੱਚ ਵਿਚਾਰਿਆ ਹੈ ਕਿ ਸਹਿਜੇ ਸਹਿਜੇ ਸਾਰਾ ਕੰਮ ਜਿਹੜਾ ਉਹ ਠੀਕ ਹੋ ਜਾਵੇਗਾ। ਗੁਰੂ ਨਾਨਕ ਦੇਵ ਸਾਹਿਬ ਜੀ ਮੇਰੇ ਪੁੱਤਰ ਇਸੇ ਤਰ੍ਹਾਂ ਹੀ ਸਾਰੇ ਕੰਮਾਂ ਵਿੱਚ ਪਰਚ ਜਾਣਗੇ। ਆਨ ਬਿਰਾਜੇ ਨਿਜ ਪ੍ਰਭ ਸਦਨਾ ਸੁੰਦਰ ਕਮਲ ਪਰ ਫੁਲਤ ਬੰਦਨਾ। ਅੱਜ ਮਾਤਾ ਤ੍ਰਿਪਤਾ ਜੀ ਵੀ ਬੜੇ ਆਨੰਦ ਹਨ ਆਪਣੇ ਇਸ ਪੁੱਤਰ ਵੱਲ ਦੇਖ ਕਰਕੇ। ਅੱਜ ਫੇਰ ਜਿਹੜਾ ਕੰਮ ਕੀਤਾ ਹੈ, ਗਾਵਾਂ ਚਰਾ ਕਰਕੇ ਲਿਆਂਦੀਆਂ ਹਨ। ਸੁੱਖਾਂ ਦੇ ਮੂਲ ਗੁਰੂ ਨਾਨਕ ਦੇਵ ਸਾਹਿਬ ਜੀ ਅੱਜ ਆਣ ਕਰਕੇ ਬਸ ਪਲੰਗੇ ਉੱਪਰ ਬਰਾਜ ਗਏ ਨੇ ਆਉਂਦਿਆਂ ਹੀ। ਤੇ ਮਾਤਾ ਜੀ ਨੇ ਸੋਚਿਆ ਕਿ ਪੁੱਤਰ ਮੇਰਾ ਥੱਕਿਆ ਹੈ, ਤਾਂ ਹੀ ਆਣ ਕਰਕੇ ਥੱਕੇ ਹੋਏ ਨੇ, ਛੇਤੀ ਨਾਲ ਲੇਟਣਾ ਕੀਤਾ ਹੈ। ਪੈ ਪੁਨ ਪੀਓ ਖਾਨ ਕਰ ਅਸਨਾ ਓਡੇ ਪਾਏ ਦੇ ਪਰ ਬਸਨਾ। ਮਾਤਾ ਜੀ ਨੇ ਉਸੇ ਵਕਤ ਮੂੰਹ ਹੱਥ ਧੋਆਇਆ ਹੈ, ਪੰਜ ਇਸ਼ਨਾਨਾ ਕਰਵਾਇਆ ਹੈ, ਖਾਣ ਨੂੰ ਫਿਰ ਭੋਜਨ ਦਿੱਤਾ ਹੈ। ਭੋਜਨ ਤੋਂ ਬਾਅਦ ਕਹਿੰਦੇ ਰਾਤਰੀ ਦੇ ਸਮੇਂ ਸਤਿਗੁਰਾਂ ਨੂੰ ਦੁੱਧ ਦਿੱਤਾ ਹੈ। ਦੁੱਧ ਪੀਣ ਤੋਂ ਬਾਅਦ ਗੁਰੂ ਨਾਨਕ ਦੇਵ ਸਾਹਿਬ ਜੀ ਫਿਰ ਆਪਣੇ ਆਸਨ ਉੱਪਰ ਅਸੀਨ ਹੋ ਗਏ ਹਨ, ਬਿਰਾਜ ਗਏ ਹਨ। ਕਾਲੋ ਉਠਿਓ ਬੜੀ ਭੁਨ ਸਾਰਾ ਸੁਤ ਨਾਨਕ ਉਠ ਬਚਨ ਇਧਰ ਬਾਬਾ ਉਚਾਰਾ। ਕਾਲੂ ਜੀ ਰਾਤ ਸਾਰੀ ਲੰਘ ਗਈ ਹੈ, ਮਹਾਰਾਜ ਸਾਹਿਬ ਜੀ ਵੀ ਬਿਰਾਜ ਗਏ ਹਨ। ਲੰਘਣ ਤੋਂ ਬਾਅਦ ਪਹੁੰਚਾਰ ਅੰਮ੍ਰਿਤ ਵੇਲੇ ਬਾਬਾ ਕਾਲੂ ਜੀ ਵੀ ਉੱਠੇ ਹਨ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੀ ਉੱਠ ਖੜੋਏ ਹਨ। ਪਿਤਾ ਬੈਨ ਸੁਣ ਕਰ ਜਗ ਸੁਆਮੀ ਸੁਭ ਸੁਰਬੇ ਖੋਲ ਭਏ ਅਨੁਗਾਮੀ। ਉੱਠਣ ਤੋਂ ਬਾਅਦ ਅੰਮ੍ਰਿਤ ਵੇਲੇ ਆਵਾਜ਼ ਦਿੱਤੀ ਹੈ ਕਿ ਬੇਟਾ ਨਾਨਕ ਉੱਠਿਆ ਤੇ ਉੱਠ ਕਰਕੇ ਪੈ ਪੁਨ ਪੀਏ ਖਾਨ ਕਰ ਅਸਨਾ। ਪਿਤਾ ਬੈਨ ਸੁਣ ਕਰ ਜਗ ਸੁਆਮੀ ਸੁਰਬੀ ਖੋਲ ਭਏ ਅਨੁਗਾਮੀ। ਕਹਿੰਦੇ ਨੇ ਕਿ ਪਿਤਾ ਜੀ ਦੇ ਬਚਨ ਸੁਣ ਕਰਕੇ ਝੱਟ ਹੀ ਪਿਤਾ ਜੀ ਦੇ ਕੋਲ ਆ ਗਏ। ਪਿਤਾ ਜੀ ਕਹਿਣ ਲੱਗੇ ਕਿ ਬੇਟਾ ਜਾਂ ਅੱਜ ਵੀ ਮਨ ਪਰਚ ਜਾਵੇਗਾ, ਬਾਹਰ ਜਾ ਕਰਕੇ ਮਾਲ ਚਰਾ ਲਿਆ, ਗਊਆਂ ਚਰਾ ਲਿਆ। ਪਿਤਾ ਜੀ ਦੇ ਬਚਨ ਸੁਣ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਅੱਜ ਸੁਰਭੀਆਂ ਜਿਹੜੀਆਂ ਸਨ, ਗਊਆਂ ਜਿਹੜੀਆਂ ਸਨ ਉਹ ਖੋਲ ਲਈਆਂ ਹਨ। ਜਹਾਂ ਖੇਤ ਸੁੰਦਰ ਹਰਿਆਏ ਬਾਰ ਬਾਰ ਬਾਰੀ ਬਰ ਆਏ। ਜਦ ਵਿਹੜੇ ਤੋਂ ਬਾਹਰ ਨਿਕਲੇ, ਘਰ ਤੋਂ ਬਾਹਰ ਨਿਕਲੇ ਤਾਂ ਅੱਜ ਫੇਰ ਸਾਰੇ ਨਗਰ ਨਿਵਾਸੀ ਨਰ ਨਾਰੀਆਂ ਨੇ ਦੇਖਿਆ ਜੋ ਹੋਰ ਵੀ ਅਧਿਕ ਪ੍ਰਸੰਨਤਾ ਹੋਈ ਹੈ ਕਿ ਬਾਬਾ ਨਾਨਕ ਦੇਵ ਸਾਹਿਬ ਜੀ ਲੱਗਦਾ ਹੈ ਠੀਕ ਹੋ ਗਏ ਹਨ।
इधर महाराज साहब जी सारियां गऊआं हिक करके पिंडों बाहर ले आए। अज उस थावे नहीं गए जिथे रोज गऊआं चराउंदे सन, नहीं। अज उस तरफ गुरु महाराज साहब जी चल पे जिधर बहुत सारे हरियाली वाले खेत, कणक जिन्हां खेतां विच बीजी होई पई सी। आप सोएंगे होए सुखारे, खात खेत न अनंत महाराज साहब जी पधारे। ने सारियां गऊआं ਜਿਹੜੀਆਂ ਉਹਨਾਂ ਖੇਤਾਂ ਵੱਲ ਲੈ ਆਂਦੀਆਂ ਔਰ ਆਪ ਸਤਿਗੁਰੂ ਸਾਹਿਬ ਜੀ ਖੇਤਾਂ ਵਿੱਚ ਗਊਆਂ ਛੱਡ ਕਰਕੇ ਇੱਕ ਵੱਡੇ ਦਰਖਤ ਦੇ ਹੇਠਾਂ ਬਸਤਰ ਲੈ ਕਰਕੇ ਲੇਟ ਗਏ ਹਨ। जब सब चर गे गो धूमी, दिवस चरे आयो वह पुम्मी। ਸਾਰਾ ਦਿਨ ਕੋਈ ਦਿਨ ਬਤੀਤ ਹੋ ਗਿਆ ਕਿ ਜਿਹੜੀਆਂ ਗਊਆਂ ਸਨ ਉਹਨਾਂ ਨੇ ਸਾਰੀ ਗੋਧੂਮ ਹੁੰਦੀ ਹੈ ਕਣਕ ਦੀ ਖੇਤੀ ਜਿਹੜੀ ਸੀ, ਸਾਰੀਆਂ ਗਊਆਂ ਨੇ ਜਿਹੜੀਆਂ ਉਹ ਕਣਕ ਦੀ ਖੇਤੀ ਖਾ ਲਈ। ਤੇ ਇਧਰ ਦਿਨ ਕੁਝ ਵੱਧ ਚੜਿਆ। ਉਸ ਵਕਤ ਜਿਹੜਾ ਖੇਤ ਦਾ ਮਾਲਕ ਸੀ ਨਾ, ਉਹ ਆਪਣੇ ਖੇਤ ਚੱਕਰ ਲਗਾਉਣ ਵਾਸਤੇ ਆਇਆ। ਦੂਰੋਂ ਕੀ ਦੇਖਦਾ ਹੈ ਕਿ ਮੇਰੇ ਖੇਤ ਵਿੱਚ ਤਾਂ ਬਹੁਤ ਸਾਰੀਆਂ ਗਊਆਂ ਜਿਹੜੀਆਂ ਉਹ ਕੋਈ ਚਰਾ ਰਿਹਾ ਹੈ, ਕਿਸੇ ਨੇ ਛੱਡੀਆਂ ਪਈਆਂ। ਉਸੇ ਵਕਤ ਦੂਰੋਂ ਰੌਲਾ ਪਾਉਂਦਾ ਹੋਇਆ ਉਹ ਖੇਤ ਦਾ ਮਾਲਕ ਜਿਹੜਾ ਗਊਆਂ ਦੇ ਨੇੜੇ ਆਇਆ ਹੈ, ਉੱਚੀ ਉੱਚੀ ਪੁੱਛਣ ਲੱਗਾ ਕਿ ਕਿਸ ਦੀਆਂ ਗਊਆਂ ਨੇ। ਬੜਾ ਕ੍ਰੋਧ ਵਿੱਚ ਕਹਿੰਦਾ ਹੈ ਕਿ ਮੈਂ ਉਸ ਨੂੰ ਦੱਸਾਂਗਾ ਕਿ ਖੇਤਾਂ ਵਿੱਚ ਕਿਵੇਂ ਗਊਆਂ ਛੱਡੀ ਦੀਆਂ। ਬੜੀ ਉੱਚੀ ਉੱਚੀ ਬੋਲਦਾ, ਕਬੋਲ ਬੋਲਦਾ, ਉਹ ਰੌਲਾ ਪਾਉਂਦਾ ਉਹਨਾਂ ਗਊਆਂ ਦੇ ਨੇੜੇ ਖੜਾ ਹੋ ਗਿਆ ਹੈ। हेर केदार सो भयो हेराना, कृष चारे किन ढीठ महाना। ਦੇਖਦਾ ਇੱਧਰ ਉੱਧਰ ਬੜਾ ਹੈਰਾਨ ਹੁੰਦਾ ਹੈ ਕਿ ਕੌਣ ਐਸਾ ਢੀਠ ਹੈ ਜਿਸਨੇ ਹਰੀ ਭਰੀ ਖੇਤੀ, ਜਿਹੜੀ ਚੰਗੀ ਭਲੀ ਖੇਤੀ ਵਿੱਚ ਗਊਆਂ ਛੱਡ ਕਰਕੇ ਸਾਰੀ ਖੇਤੀ ਹੀ ਉਜਾੜ ਦਿੱਤੀ ਹੈ, ਚਰਵਾ ਦਿੱਤੀ ਹੈ। सिंच सिंच मैं बहु दिन हारियो, कहने डर सब खेत ਮੈਂ उजारियो। ਤਾਂ ਪਹਿਲਾਂ ਹਲ ਵਾਇਆ, ਪਹਿਲੀ ਵਾਹ ਕਰਕੇ ਬੀਜ ਦਿੱਤਾ, ਬੀਜ ਦੇ ਕੇ ਫਿਰ ਪਾਣੀ ਲਾਇਆ, ਸਿੰਚ ਸਿੰਚ ਕੇ ਮਸਾਂ ਮਿਹਨਤ ਕਰ ਕਰਕੇ ਇਤਨੀ ਬੜੀ ਖੇਤੀ ਕੀਤੀ ਸੀ। ਪਰ ਉਜਾਣ ਲੱਗਿਆ ਇਸ ਗਊਆਂ ਵਾਲੇ ਨੇ ਤਾਂ ਇੱਕ ਸ਼ਨੀ ਹੀ ਲਾਇਆ ਔਰ ਸਾਰੀ ਮੇਰੀ ਖੇਤੀ ਜਿਹੜੀ ਸਤਿਆਨਾਸ਼ ਕਰ ਦਿੱਤੀ ਹੈ। खाए अगाए रही बिच बैसे, लखे किन बिन खसमी जैसे। ਹੁਣ ਗਊਆਂ ਵੀ ਜਿਹੜੀਆਂ ਸਨ ਰੱਜ ਪੁੱਜ ਕੇ ਨਾ ਉੱਥੇ ਲੇਟੇ ਮਾਰਨ ਲੱਗ ਪਈਆਂ, ਖੇਤੀ ਦੇ ਵਿੱਚ ਹੀ ਬੈਠ ਗਈਆਂ। ਬੜੀ ਉੱਚੀ ਉੱਚੀ ਬੋਲਦਾ ਹੈ, ਕਬੋਲ ਬੋਲਦਾ ਹੈ ਕਿ ਖਾ ਪੀ ਕੇ ਗਊਆਂ ਵੀ ਜਿਹੜੀਆਂ ਉੱਥੇ ਬੈਠੀਆਂ ਹੋਈਆਂ ਹਨ। ਇਉਂ ਕਿਸੇ ਨੇ ਜਾਣਿਆ ਹੈ ਕਿ ਇਸ ਖੇਤੀ ਦਾ ਕੋਈ ਮਾਲਕ ਹੀ ਹੈ ਨਹੀਂ, ਬਿਨ ਖਸਮੀ ਜਾਣੀ ਹੈ। बच ऊंचे सुन श्री गुर जागे, उठ कर वेर निकासन ਜਦ ਇਸ लागे। ਗਊਆਂ ਵਾਲੇ ਦਾ ਉੱਚੀ ਉੱਚੀ ਬੋਲ ਸੁਣਿਆ, ਬਚਨ ਸੁਣ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਰਖਤ ਦੇ ਹੇਠਾਂ ਪਏ ਹੋਏ ਸਨ। ਉਸੇ ਵਕਤ ਜਾਗ ਪਏ। ਜਾ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਚਾਦਰਾ ਜਿਹੜਾ ਤਾਣਿਆ ਸੀ ਉਹ ਪਾਸੇ ਕੀਤਾ ਹੈ। राहक करत क्रोध कह ऊंचे, जान न देओ तुम्हें कर सूचे। ਮਹਾਰਾਜ ਸਾਹਿਬ ਜੀ ਉੱਠ ਕਰਕੇ ਦੇਖਣ ਲੱਗ ਪਏ। ਉਧਰ ਖੇਤੀ ਵਾਲਾ ਜਿਹੜਾ ਸੀ ਨਾ ਮਾਲਕ, ਉਹ ਉੱਚੀ ਉੱਚੀ ਰੌਲਾ ਪਾਉਂਦਾ। ਮਹਾਰਾਜ ਸਾਹਿਬ ਜੀ ਨੇ ਸਹਿਜ ਨਾਲ ਉੱਠੇ ਔਰ ਡੰਡਾ ਪਕੜਿਆ ਹੈ, ਉਹ ਲਾਠੀ ਲੈ ਕਰਕੇ ਸਹਿਜੇ ਸਹਿਜੇ ਸਾਰੀਆਂ ਗਊਆਂ ਜਿਹੜੀਆਂ ਉਹ ਖੇਤ ਵਿੱਚ ਜਾ ਕਰਕੇ ਬਾਹਰ ਕੱਢਣ ਲੱਗ ਪਏ। ਰਾਹਕ ਕਰਤ ਕ੍ਰੋਧ ਕਹਿ ਊਚੇ, ਖੇਤੀ ਵਾਲਾ ਪੈ ਤੇ ਖੜਾ, ਵੱਟ ਤੇ ਖੜਾ, ਉੱਚੀ ਉੱਚੀ ਕਬੋਲ ਬੋਲ ਰਿਹਾ ਹੈ, ਬੜੇ ਕ੍ਰੋਧ ਵਿੱਚ ਆਇਆ ਹੋਇਆ ਹੈ। ਜਾਨ ਦਿਓ ਤੁਮਹਿ ਆ ਘਰ ਸੂਚੇ। ਮਹਾਰਾਜ ਸਾਹਿਬ ਜੀ ਨੂੰ ਦੇਖ ਕਰਕੇ ਉਸ ਦਾ ਮਨ ਕੁਝ ਸ਼ਾਂਤ ਹੋ ਗਿਆ ਸੀ ਕਿ ਇਹ ਤਾਂ ਮਹਿਤਾ ਕਾਲੂ ਦਾ ਸੁਪੁੱਤਰ ਨਾਨਕ ਆ, ਪਰ ਫਿਰ ਵੀ ਜਿਸ ਦੀ ਸਾਰੀ ਖੇਤੀ ਉਜੜ ਗਈ ਹੋਈ ਹੋਵੇ ਉਸ ਨੂੰ ਕ੍ਰੋਧ ਕਿਉਂ ਨਾ ਆਵੇ। ਜੇ ਹੋਰ ਕੋਈ ਹੁੰਦਾ ਤਾਂ ਜ਼ਰੂਰ ਹੀ ਉਹ ਖੇਤੀ ਵਾਲਾ ਜਿਹੜਾ ਮਾਲਕ ਸੀ ਉਹ ਜ਼ਰੂਰ ਹੀ ਉਸ ਮਨੁੱਖ ਨੂੰ ਕੁੱਟਦਾ, ਮਾਰਦਾ। ਪਰ ਮਹਾਰਾਜ ਸਾਹਿਬ ਜੀ ਨੇ ਦੇਖ ਕਰਕੇ ਉਸ ਦਾ ਹੀਆ ਨਾ ਪਿਆ ਕਿ ਮੈਂ ਸਤਿਗੁਰਾਂ ਦੇ ਨੇੜੇ ਜਾਵਾਂ। ਮਹਾਰਾਜ ਸਾਹਿਬ ਜੀ ਗਊਆਂ ਕੱਢ ਰਹੇ ਹਨ, ਇਹ ਬੜੇ ਕ੍ਰੋਧ ਵਿੱਚ ਉੱਚੀ ਉੱਚੀ ਰੌਲਾ ਪਾ ਰਿਹਾ ਹੈ, ਨਾਲੇ ਕਹੀ ਜਾ ਰਿਹਾ ਕਿ ਜਾਣ ਨਾ ਦਿਓ ਤੁਮਹਿ ਘਰ ਸੂਚੇ, ਕਿ ਮੈਂ ਤੁਹਾਨੂੰ ਸੁੱਚਾ ਨਹੀਂ ਘਰ ਜਾਣ ਦੇਵਾਂਗਾ, ਭਾਵ ਖਾਲੀ ਨਹੀਂ ਜਾਣ ਦੇਵਾਂਗਾ, ਤੁਹਾਨੂੰ ਮੈਂ ਦੱਸ ਕੇ ਹੀ ਰਹਾਂਗਾ।
ਸਭ ਕੇਦਾਰ ਕੋ ਭਰੋ ਉਜਾਰਾ ਨਾ ਤੁਰ ਚਲੋ ਡਿਗ ਰਾਏ ਬੁਲਾਰਾ। ਇੱਥੇ ਠਹਿਰ ਜਾਓ, ਕਹਿੰਦਾ ਹੈ ਕਿ ਸਾਰੀ ਮੇਰੀ ਖੇਤੀ ਦਾ ਜਿਹੜਾ ਭਰਪਾਈ ਜਿਹੜੀ ਉਹ ਕਰਨਾ ਕਰੋ। ਸਾਰੀ ਖੇਤੀ ਦਾ ਖਰਚਾ ਜੋ ਮੇਰਾ ਹੋਇਆ ਹੈ, ਮੇਰਾ ਨੁਕਸਾਨ ਹੋਇਆ ਹੈ, ਇਹ ਭਰਨਾ ਕਰੋ। ਨਾ ਤੁਰ ਚਲੇ ਢਿਗ ਰਾਏ ਬੁਲਾਰਾ, ਜੇ ਨਹੀਂ ਭਰਨਾ ਤਾਂ ਮੈਂ ਰਾਏ ਬੁਲਾਰ ਦੇ ਕੋਲ ਚੱਲਿਆ ਵਾਂ ਤੇ ਤੁਹਾਨੂੰ ਵੀ ਨਾਲ ਲੈ ਕਰਕੇ ਜਾਵਾਂਗਾ। ਅਸ ਕੈ ਸਭ ਸੁਰ ਬੇਲੇ ਹਾਕੇ ਰਿਸ ਪੁਨ ਸ਼ੋਕ ਬਿਖੈ ਮਤ ਤਾਕੇ। ਇਸ ਤਰ੍ਹਾਂ ਕਹਿੰਦੇ ਨੇ ਉਸ ਖੇਤੀ ਵਾਲੇ ਨੇ ਸਾਰੀਆਂ ਗਊਆਂ ਜਿਹੜੀਆਂ ਸਨ ਉਹ ਹੱਕ ਲਈਆਂ, ਆਪਣੇ ਅੱਗੇ ਲਾ ਲੀਆਂ ਤੇ ਬਹੁਤ ਗੁੱਸੇ ਵਿੱਚ ਕਬੋਲ ਬੋਲੀ ਜਾ ਰਿਹਾ ਹੈ। ਹੁਣ ਕਮਲਾਲਨ ਬਚਨ ਉਚਾਰੇ ਗੋਦਨ ਤਜ ਦੇ ਸ਼ੋਕ ਵਿਸਾਰੇ। ਜਦ ਮਹਾਰਾਜ ਸਾਹਿਬ ਜੀ ਦੇ ਅੱਗੋਂ ਛਡਾ ਕਰਕੇ ਉਸਨੇ ਗਊਆਂ ਆਪਣੇ ਅੱਗੇ ਲਾ ਲੀਆਂ ਨਾ, ਉਸ ਵਕਤ ਕਮਲਾਸਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਖੜੋ ਕਰਕੇ ਕਿਹਾ ਕਿ ਹੈ ਭਾਈ ਗੋਦਨ ਤਜ ਦੇਹੋ ਸ਼ੋਕ ਵਿਸਾਰੇ, ਕਿਉਂ ਗੁੱਸਾ ਕਰਦਾ ਹੈ, ਕਿਉਂ ਕ੍ਰੋਧਵਾਨ ਹੋ ਰਿਹਾ ਹੈ? ਆ ਮੇਰੀਆਂ ਗਊਆਂ ਜਿਹੜੀਆਂ ਉਹ ਸਾਰੀਆਂ ਛੱਡ ਦੇਣਾ ਕਰ, ਸ਼ੋਕ ਜਿਹੜਾ ਹੈ, ਗੁੱਸਾ ਜਿਹੜਾ ਉਹ ਤੂੰ ਠੰਡਾ ਕਰਨਾ ਕਰ। ਪਰਾਲ ਬਦ ਤੁਮਰੀ ਹੈ ਜੇਤੇ ਬਰਕਤ ਪਾਏ ਪ੍ਰਭੂ ਅਬ ਤੇਤੇ। ਜਿਤਨੇ ਕਿ ਤੇਰੇ ਪਰਾ ਲੱਭਦੇ ਆ ਨਾ, ਉਸ ਪਰਾ ਲਬਦ ਵਿੱਚ ਜ਼ਰੂਰ ਹੀ ਬਰਕਤ ਪੈ ਜਾਵੇਗੀ। ਗੁਰੂ ਕੇ ਸਵਾਰਿਓ, ਭਾਰਤ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਵਿੱਚ ਐਸੇ ਕਈ ਗਊਸ਼ਾਲਾਵਾਂ ਹਨ ਜੋ ਸੰਤਾਂ ਮਹਾਂਪੁਰਸ਼ਾਂ ਨੇ ਵਿਸ਼ੇਸ਼ ਤੌਰ ਤੇ ਗਊਆਂ ਲਈ ਬਣਾਈਆਂ ਹਨ। ਉਹਨਾਂ ਗਊਆਂ ਨੂੰ ਉੱਥੋਂ ਦੇ ਜ਼ਮੀਂਦਾਰ ਜਿਹੜੇ ਲੋਕ ਨੇ